ਮਸਲਾ ਇਹ ਹੈ ਕਿ ਜਦੋਂ ਅਸੀਂ ਇਤਿਹਾਸ ਸ਼ਬਦ ਨਾਲ ਵਾਹ ਵਾਸਤਾ ਹੋਣ ਲੱਗਦੇ ਹਾਂ ਤੇ ਜਦੋਂ ਸਿੱਖ ਇਤਿਹਾਸ ਵੀ ਬੋਲਦੇ ਹਾਂ ਤਾਂ ਉਹ ਇੱਕ ਖਾਸ ਕਿਸਮ ਦੀ ਟਰਮੀਨੋਲੋਜੀ ਆ ਜਿਹਦੀ ਉਹਦੇ ਅੰਦਰ ਅਪਣਾਈ ਗਈ ਆ। ਤਾਂ ਸਮੱਸਿਆ ਇਸ ਖੜੀ ਹੋ ਗਈ ਕਿ ਕੀ ਉਹ ਸਿੱਖ ਇਤਿਹਾਸ ਦੀ ਪੁਆਇੰਟ ਆਫ ਵਿਊ ਤੋਂ ਇੰਟਰਪ੍ਰੀਟ ਹੋਇਆ ਕਿ ਜਾਂ ਉਹਦਾ ਨਾਮ ਸਿੱਖ ਇਤਿਹਾਸ ਰੱਖ ਦਿੱਤਾ ਗਿਆ ਤੇ ਉਹਦੇ ਵਿੱਚ ਗੁਰੂ ਸਾਹਿਬਾਂ ਦੀਆਂ ਕੁਝ ਗੱਲਾਂ ਨੂੰ ਪੇਸ਼ ਕਰ ਦਿੱਤਾ ਗਿਆ। ਸੋ ਮੇਰਾ ਮੁੱਦਾ ਇਸ ਵਿਸ਼ੇ ਤੇ ਬੋਲਣ ਦਾ ਹੈ। ਤਾਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਤਾਂ ਇਹ ਗੱਲ ਤਾਂ ਪੁਖਤਗੀ ਹੈ ਕਿ ਪੱਕੀ ਆ ਕਿ ਕੌਮਾਂ ਆਪਣੇ ਹੁਣ ਮੈਂ ਇੱਥੇ ਇਤਿਹਾਸ ਸ਼ਬਦ ਨਹੀਂ ਬੋਲਾਂਗਾ, ਜੇ ਬੋਲਾਂਗਾ ਵੀ ਤੇ ਉਹਨੂੰ ਇਤਿਹਾਸ ਦੇ ਉਸ ਕੰਟੈਕਸਟ 'ਚ ਕਿਰਪਾ ਕਰਕੇ ਨਾ ਲਿਆ ਜਾਵੇ ਜਿਸ ਇਤਿਹਾਸ ਦੇ ਵਿੱਚ ਅਸੀਂ ਅਕੈਡਮਿਕਤਾ ਦਾ ਇਤਿਹਾਸ ਦੇਖਦੇ ਹਾਂ। ਸੋ ਹੋ ਸਕਦਾ ਮੈਂ ਕਿਉਂਕਿ ਬਹੁਤ ਜ਼ਿਆਦਾ ਦੁਹਰਾਓ 'ਚ ਇਸ ਕਰਕੇ ਇਤਿਹਾਸ ਸ਼ਬਦ ਵੀ ਬੋਲ ਜਾਵਾਂਗਾ। ਮੈਂ ਉਹਦੇ ਲਈ ਜਿਹੜਾ ਸ਼ਬਦ ਬੋਲਾਂਗਾ ਉਹ ਹੈ ਵਿਰਸੇ ਦੀ ਗਾਥਾ ਜਾਂ ਗੌਰਵਮਈ ਵਿਰਸੇ ਦੀ ਗਾਥਾ। ਤਾਂ ਗੁਰੂ ਗ੍ਰੰਥ ਸਾਹਿਬ ਦੇ ਇਸ ਮਹਾਂਵਾਕ ਦੇ ਵਿੱਚ ਇਹ ਗੱਲ ਪੱਕੀ ਹੈ ਕਿ ਕੌਮਾਂ ਆਪਣੇ ਵਿਰਸੇ ਦੇ ਗੌਰਵ ਦੀ ਗੱਲ ਕਰਦੀਆਂ ਨੇ, ਸਿਰ ਜੋੜ ਕੇ ਬੈਠਦੀਆਂ ਨੇ। ਉਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਸਾਡੇ ਸਮਕਾਲ ਦੇ ਵਿੱਚ ਸਾਡੇ ਤੇ ਡਿਊਟੀ ਕੀ ਆਇਦ ਹੋਈ ਆ, ਸਾਡੀ ਆਇਡੈਂਟੀਟੀ ਕੀ ਹੈ ਤੇ ਅਸੀਂ ਆਪਣੀ ਉਸ ਡਿਊਟੀ ਨੂੰ ਕਿਸ ਪੱਧਰ ਤੇ ਨਿਭਾਉਣਾ ਹੈ। ਇਸ ਕਰਕੇ ਇਹ ਜ਼ਰੂਰੀ ਵੀ ਆ ਤੇ ਹੋਣਾ ਵੀ ਚਾਹੀਦਾ। ਫਿਰ ਸਵਾਲ ਹੈ ਕਿ ਇਤਿਹਾਸ ਦਾ ਜਿਹੜਾ ਇਹ ਚਿੰਤਨ ਆ ਸਾਡੇ ਸਾਹਮਣੇ ਫਿਰ ਕਿੰਨੀਆਂ ਪੱਧਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੀ ਹੁਣ ਮੈਂ ਇੱਥੇ ਕੁਝ ਕੁ ਪੱਧਤੀਆਂ ਦੀ ਗੱਲ ਕਰਨਾ ਜਿਹੜੀਆਂ ਵਰਲਡ ਪੱਧਰ ਦੇ ਉੱਤੇ ਇਤਿਹਾਸ ਨੂੰ ਡੀਲ ਕਰਦੀਆਂ। ਤਾਂ ਸਭ ਤੋਂ ਪਹਿਲੇ ਤਾਂ ਜਿਹੜੀ ਸਾਡੀ ਯੂਨੀਵਰਸਿਟੀ ਜਾਂ ਸਕੂਲ ਕਾਲਜ ਦੇ ਵਿੱਚ ਜਿਹੜੀ ਹਿਸਟਰੀ ਪੜ੍ਹਾਈ ਗਈ ਜਾ ਰਹੀ ਆ ਉਹਦੀ ਸਮੱਸਿਆ ਇਸ ਗੱਲ 'ਚ ਖੜੀ ਹੈ ਕਿ ਉਹ ਹਿਸਟਰੀ ਦਾ ਜਿਹੜਾ ਫਿਨੋਮੇਨਾ ਜਾਂ ਉਹਦਾ ਸਟਰਕਚਰ ਬਿਲਡਅਪ ਕੀਤਾ ਗਿਆ ਉਹ ਸਾਡੀਆਂ ਆਪਣੀਆਂ ਰਵਾਇਤਾਂ ਦੀ ਅਨੁਕੂਲਤਾ 'ਚ ਸਾਡੇ ਵਿਦਵਾਨਾਂ ਵੱਲੋਂ ਨਹੀਂ ਸੀ। ਉਹਦੇ ਪਿੱਛੇ ਵੈਸਟ ਦੀ ਇੱਕ ਲੰਬੀ ਚਿੰਤਨ ਪਰੰਪਰਾ ਹੈ ਤੇ ਜਿਹਨੂੰ ਅਸੀਂ ਬਸਤੀਵਾਦੀ ਚਿੰਤਨ ਵੀ ਕਹਿ ਲੈਂਦੇ ਹਾਂ। ਉਸ ਬਸਤੀਵਾਦੀ ਚਿੰਤਨ ਨੇ ਸਾਡੀ ਹਿਸਟਰੀ ਨੂੰ ਜਿਵੇਂ ਇੰਟਰਪ੍ਰੇਟ ਕੀਤਾ ਤੇ ਜਿਵੇਂ ਪੇਸ਼ ਕੀਤਾ ਉਹਦੇ ਵਿੱਚੋਂ ਦੀ ਇਹ ਹੋਇਆ ਕਿ ਉਹਨੇ ਜਿਵੇਂ ਕਿ ਐਂ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਨੂੰ ਜੇ ਮੈਂ ਇੱਕ ਐਜ਼ ਏ ਐਗਜ਼ਾਮਪਲ ਲਵਾਂ ਕਿ ਉਹਨਾਂ ਦੀ ਇਤਿਹਾਸ ਦੇ ਵਿੱਚ ਪੇਸ਼ਕਾਰੀ ਦੇ ਵੱਖ-ਵੱਖ ਇਤਿਹਾਸਾਂ ਦੇ ਪੁਆਇੰਟ ਆਫ ਵਿਊ ਤੋਂ ਕਿਵੇਂ ਹੋਵੇਗੀ, ਤਾਂ ਸਾਡੀ ਜਿਹੜੀ ਇਤਿਹਾਸ ਦੀ ਕਿਤਾਬ ਹੈ ਉਹ ਇਹ ਕਹਿੰਦੀ ਹੈ ਕਿ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ। ਬੇਸ਼ੱਕ ਉਹ ਇਹ ਵੀ ਵਰਤ ਲੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1469 'ਚ ਤੇ ਜੋਤੀ ਜੋਤ ਸਮਾਉਣਾ ਜਿਹੜਾ ਹੈ ਉਹ 1539 'ਚ ਹੋਇਆ। ਸਵਾਲ ਇਹ ਹੈ ਕਿ ਕੀ ਉਹ ਗੁਰਮਤ ਦੀ ਜਿਹੜੀ ਰਮਜ਼ ਆ ਉਹਦੇ ਮੁਤਾਬਕ ਦਸਵੇਂ ਪਾਤਸ਼ਾਹ ਨੂੰ ਵੀ ਕੀ ਦਸਵਾਂ ਨਾਨਕ ਕਹਿੰਦੀ ਆ ਜਾਂ ਕਹਿ ਸਕਦੀ ਆ? ਕਿਉਂਕਿ ਜਿਹੜਾ ਇਤਿਹਾਸ ਅਕੈਡਮਿਕਤਾ 'ਚ ਪੜ੍ਹਾਇਆ ਜਾ ਰਿਹਾ ਹੈ ਉਹਦੇ ਪਿੱਛੇ ਜਿਹੜੀ ਐਕਸਰਸਾਈਜ਼ ਖੜੀ ਸੀ ਉਹ ਸੀ ਡੇਟਸ। ਬਿਨ ਡੇਟਸ ਅਕੈਡਮਿਕਤਾ 'ਚ ਪੜ੍ਹਾਇਆ ਗਿਆ ਇਤਿਹਾਸ ਲਿਖਿਆ ਹੀ ਨਹੀਂ ਜਾ ਸਕਦਾ। ਨੰਬਰ 1, ਬਿਨਾਂ ਤੱਥਾਂ ਦੀ ਪੜਚੋਲ ਕੀਤਿਆਂ ਤੇ ਉਹਨਾਂ ਤੱਥਾਂ ਦੇ ਪਿੱਛੇ ਜਿਹੜੀ ਲੌਜਿਕ ਜਾਂ ਤਰਕ ਦੀ ਕਸਵੱਟੀ ਆ ਉਹਨੂੰ ਦਿੱਤੇ ਬਿਨਾਂ ਉਹ ਲਿਖਤ ਫਾਰਮ 'ਚ ਨਹੀਂ ਆਉਂਦਾ। ਤੇ ਜਦ ਤੱਕ ਕੋਈ ਵੀ ਇਤਿਹਾਸਕਾਰ ਤੱਥਾਂ ਤੇ ਮਿੱਥਾਂ ਦੀ ਇੱਕ ਕੰਪਲੀਟ ਉਹਦਾ ਪੂਰਾ ਵਰਜਨ ਨਹੀਂ ਬਣਾਉਂਦਾ ਤਦ ਤੱਕ ਉਹ ਸ਼ੰਕਾ ਦੇ ਦਾਇਰੇ ਦੇ ਵਿੱਚ ਰਹਿੰਦਾ। ਹੁਣ ਸਵਾਲ ਪੈਦਾ ਹੈ ਕਿ ਜਿਹੜੀ ਚੀਜ਼ ਇੱਕ ਵਾਰ ਡੇਟਸ ਦੇ ਵਿੱਚ ਆ ਗਈ ਉਹਨੇ ਨਿਤ ਨਵੀਂ ਪੁਰਾਣੀ ਹੋਣਾ। ਜਿਹੜੀ ਅੱਜ ਤਰੀਕ ਹੈ ਉਹ ਕੱਲ ਭਲਕੇ ਹੋ ਜਾਊਗੀ ਤੇ ਕੱਲ ਅਗਲੇ ਦਿਨ ਪਰਸੋਂ ਹੋ ਜਾਊਗੀ ਤੇ ਉਸ ਤੋਂ ਉਹ ਸਿਲਸਿਲਾ ਤੁਰਦਾ ਤੁਰਦਾ ਜਿਹੜੀ ਹੁਣ ਅਸੀਂ ਕਹਿੰਦੇ ਹਾਂ ਕਿ ਜਿਵੇਂ ਭਾਈ ਨੰਦ ਲਾਲ ਗੋਇਆ ਦੀਆਂ ਰਚਨਾਵਾਂ 'ਚ ਵੀ ਆਉਂਦਾ ਉਹ ਕਹਿੰਦਾ ਕਿ ਗੁਰੂ ਨਾਨਕ ਦਾ ਨਕਸ਼ ਜਦੋਂ ਇਸ ਧਰਤੀ ਜਾਂ ਬ੍ਰਹਿਮੰਡ ਦੀ ਕ੍ਰੀਏਸ਼ਨ ਨਹੀਂ ਵੀ ਸੀ ਹੋਈ ਉਦੋਂ ਵੀ ਐਗਜ਼ਿਸਟ ਕਰਦਾ ਸੀ, ਜਦੋਂ ਇਹ ਹੋ ਗਈ ਉਦੋਂ ਵੀ ਕਰਦਾ ਹੈ ਤੇ ਜਦੋਂ ਇਹ ਕਾਇਨਾਤ ਸਾਰੀ ਆਕਰਕ ਅਵਸਥਾ ਵਿੱਚ ਆ ਜਾਏਗੀ ਤੇ ਇਹ ਉਦੋਂ ਵੀ ਕਰੂਗਾ। ਕੀ ਹਿਸਟਰੀ ਦਾ ਇਹ ਪੈਟਰਨ ਜਿਹੜਾ ਯੂਨੀਵਰਸਿਟੀਆਂ 'ਚ ਸਾਨੂੰ ਪੜ੍ਹਾਇਆ ਜਾ ਰਿਹਾ ਹੈ ਉਹਦੇ ਵਿੱਚ ਗੁਰੂ ਨਾਨਕ ਦਾ ਇਹ ਰੂਪ ਆਉਂਦਾ? ਕਹਿਣ ਨੂੰ ਉਹ ਜੋਤੀ ਜੋਤ ਤੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦਾ ਹੋਇਆ ਵਰਤ ਤਾਂ ਲੈਂਦੇ ਆ, ਪਰ ਜੇ ਇਹਦੇ ਸੰਪੂਰਨ ਅਰਥਾਂ ਦੇ ਪਿੱਛੇ ਜਾਈਏ ਤਾਂ ਹਿਸਟਰੀ ਦੀ ਕਿਤਾਬ ਇਹਦੀ ਮਨਾਹੀ ਕਰਦੀ ਆ। ਵਰਤਨ ਦੇ ਬਾਵਜੂਦ ਵੀ ਉਹ ਗੁਰੂ ਨਾਨਕ ਸਾਹਿਬ ਦਾ ਜਨਮ ਤੇ ਉਹਨਾਂ ਦਾ ਸਰੀਰ ਕਰਕੇ ਇੱਥੋਂ ਚਲੇ ਜਾਣਾ ਇੰਜ ਹੀ ਕਹੂਗੀ।
ਉਹਨਾਂ ਦੀ ਰਮਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਕਦੇ ਵੀ ਜੋਤ ਰੂਪ ਦੇ ਵਿੱਚ ਦਸਵਾਂ ਨਾਨਕ ਨਹੀਂ ਬਣਦਾ। ਇਸ ਤੋਂ ਅੱਗੇ ਸਾਡੇ ਕੋਲ ਹਿਸਟਰੀ ਚਿੰਤਨ ਦੀ ਇੱਕ ਬਹੁਤ ਜ਼ੋਰਾਵਰ ਜਿਹੜੀ ਪੱਧਤੀ ਹੈ ਉਹ ਹੈ ਮਾਰਕਸਵਾਦੀ ਚਿੰਤਨ ਦੀ। ਮਾਰਕਸਵਾਦੀ ਚਿੰਤਨ ਜਦੋਂ ਇਹ ਦਿਖਾਉਂਦਾ ਹੈ ਕਿ ਹਿਸਟਰੀ ਗਰੋ ਕਿਵੇਂ ਕਰਦੀ ਹੈ, ਭਾਵ ਕਿ ਅੱਗੇ ਕਿਵੇਂ ਵੱਧਦੀ ਆ, ਤਾਂ ਉਹਦਾ ਕਹਿਣਾ ਹੈ ਕਿ ਹਰ ਇੱਕ ਜਿਹੜੀ ਮੌਜੂਦਾ ਸਥਿਤੀ ਹੈਗੀ ਆ ਜਾਂ ਸਮਕਾਲ ਦੇ ਵਿੱਚ ਜਾਂ ਪਿੱਛੇ ਵੀ, ਉਹ ਆਪਣੇ ਆਪ ਦੇ ਵਿੱਚ ਇੱਕ ਥੀਸਿਸ ਹੁੰਦੀ ਆ, ਤੇ ਉਸ ਥੀਸਿਸ ਦੇ ਅੰਦਰ ਹੀ ਉਹਦਾ ਐਂਟੀ ਥੀਸਿਸ ਪਿਆ ਹੁੰਦਾ। ਜਦੋਂ ਸਮਾਂ ਤੇ ਪਰਿਸਥਿਤੀਆਂ ਉਨੀ ਅਨੁਕੂਲਤਾ 'ਚ ਹੁੰਦੀਆਂ ਤਾਂ ਉਹ ਗਰੋ ਕਰਦਾ। ਉਹ ਗਰੋ ਕਰਕੇ ਉਹਦਾ ਐਂਟੀ ਥੀਸਿਸ ਦੇ ਵਿੱਚ ਇੱਕ ਸੰਘਰਸ਼ ਹੁੰਦਾ ਤੇ ਉਸ ਸੰਘਰਸ਼ ਦੇ ਵਿੱਚੋਂ ਇੱਕ ਸੰਥੀਸਿਸ ਨਿਕਲਦਾ। ਸੰਥੀਸਿਸ ਦੇ ਵਿੱਚ ਥੀਸਿਸ ਦਾ ਭਾਗ ਵੀ ਸ਼ਾਮਲ ਹੈ ਤੇ ਐਂਟੀ ਥੀਸਿਸ ਦਾ ਵੀ, ਤੇ ਉਹ ਇੱਕ ਸੰਥੀਸਿਸ ਬਣਦਾ ਤੇ ਹਰ ਸੰਥੀਸਿਸ ਆਪਣੇ ਆਪ ਦੇ ਵਿੱਚ ਹੀ ਇੱਕ ਥੀਸਿਸ ਹੁੰਦਾ। ਇਸ ਤਰੀਕੇ ਉਹ ਕਹਿੰਦਾ ਕਿ ਹੁਣ ਤੱਕ ਦਾ ਇਤਿਹਾਸ ਨਿਮਨ ਵਰਗ ਦੁਆਰਾ ਉੱਚ ਵਰਗ ਦੇ ਖਿਲਾਫ ਕੀਤੇ ਗਏ ਸੰਘਰਸ਼ ਦੀ ਗਾਥਾ ਦਾ ਨਾਮ ਹੈ। ਤਾਂ ਅੱਗੇ ਉਹ ਇਸ ਨੂੰ ਥੋੜ੍ਹੇ ਕਹਿ ਲਓ ਕਿ ਟਾਈਮ ਦੇ ਹਿਸਾਬ ਨਾਲ ਜਾਂ ਜੀਵਨ ਜਿਵੇਂ ਧਰਤੀ ਦੇ ਉੱਤੇ ਚੱਲਦਾ ਰਿਹਾ ਉਹਦੇ ਵਿੱਚ ਕੁਝ ਕੈਟਾਗਰੀਆਂ ਵੀ ਬਣਾਉਂਦਾ, ਜਿਹਦੇ ਵਿੱਚੋਂ ਦੀ ਉਹ ਪਹਿਲੀ ਕੈਟਾਗਰੀ ਬਣਾਉਂਦਾ ਹੈ ਕਿ ਕਬੀਲੇ ਦਾ ਯੁੱਗ ਸੀ, ਉਸ ਤੋਂ ਬਾਅਦ ਦੇ ਵਿੱਚ ਜ਼ਗੀਰਦਾਰੀ ਆਈ, ਉਸ ਤੋਂ ਬਾਅਦ ਦੇ ਵਿੱਚ ਸਰਮਾਏਦਾਰੀ ਆਈ, ਉਸ ਤੋਂ ਬਾਅਦ ਦੇ ਵਿੱਚ ਉਹ ਸਮਾਜਵਾਦ ਦਾ ਇੱਕ ਸੁਪਨਾ ਉਸਾਰਦਾ ਤੇ ਸਮਾਜਵਾਦ ਤੋਂ ਅਗਲੀ ਵੀ ਇੱਕ ਪੋਜੀਸ਼ਨ ਦੇ ਬਾਰੇ 'ਚ ਇਸ਼ਾਰਾ ਕਰਦਾ ਹੈ ਜਿਹਨੂੰ ਉਹ ਸਾਮਵਾਦ ਕਹਿੰਦਾ। ਹਾਲਾਂਕਿ ਸਾਮਵਾਦ ਦੀ ਸਥਿਤੀ ਕਿਤੇ ਵੀ ਰੈਵੋਲੂਸ਼ਨਰ ਤੌਰ ਦੇ ਉੱਤੇ ਧਰਤੀ ਤੇ ਵਾਪਰੀ ਨਹੀਂ ਹੈ, ਪਰ ਉਹ ਇੱਕ ਉਹਦਾ ਸੁਪਨਾ ਦਿੰਦਾ ਹੈ ਕਿ ਸਮਾਜਵਾਦ ਤੋਂ ਵੀ ਅੱਗੇ ਸਾਮਵਾਦ ਹੋਊਗਾ। ਹੁਣ ਸਵਾਲ ਹੈ ਕਿ ਜੇਕਰ ਇਸ ਪੱਧਤੀ ਤੋਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਇਸ ਹਿਸਟਰੀ ਦੇ ਚਿੰਤਨ ਦਾ ਵਿੱਚ ਕਹਿ ਲਓ ਕਿ ਸਨਮੁਖ ਹੋਇਆ ਜਾਏਗਾ ਜਾਂ ਉਹਨਾਂ ਨੂੰ ਇਹਦੇ ਵਿੱਚ ਵਿਚਾਰਿਆ ਜਾਵੇਗਾ, ਤਾਂ ਉੱਥੇ ਇਹ ਹੈ ਕਿ ਉਹ ਕਹਿੰਦੇ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਬੰਦੇ ਨੂੰ ਪ੍ਰੇਰਿਤ ਕਰਦੀ ਹੈ ਉਸ ਪੜਾਅ ਤੇ ਜਾ ਕੇ ਜਿੱਥੇ ਉਹ ਕਹਿੰਦੇ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੋਂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਤੇ ਉਹ ਕਹਿੰਦੇ ਕਿ ਗੁਰੂ ਨਾਨਕ ਦੀ ਇਸ ਵਿਚਾਰਧਾਰਾ ਨੇ ਜਗੀਰਦਾਰੀ ਪ੍ਰਬੰਧ ਦੇ ਵਿੱਚ ਕਿ ਜਦੋਂ ਰਾਜੇ ਨੇ ਆਪਣੇ ਆਪ ਨੂੰ ਵਿਸ਼ੇਸ਼ ਮਨੁੱਖ ਦਾ ਖਿਤਾਬ ਲੈ ਕੇ ਉਹ ਪ੍ਰਮਾਤਮਾ ਵੱਲੋਂ ਵਰਸਾਇਆ ਹੋਇਆ ਮੰਨ ਲਿਆ ਤੇ ਉਹਦੇ ਵਿਰੁੱਧ ਸੰਘਰਸ਼ ਦੀ ਪ੍ਰੇਰਨਾ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ 'ਚੋਂ ਸਾਨੂੰ ਮਿਲਦੀ ਆ। ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਆ ਕਿ ਜਦੋਂ ਹੁਣ ਸਰਮਾਏਦਾਰੀ ਦਾ ਯੁੱਗ ਆ ਗਿਆ, ਸਾਇੰਸ ਤਰੱਕੀ ਕਰ ਗਈ ਤੇ ਹਰ ਸਾਇੰਸ ਨੇ ਆਪਣੇ ਲੌਜਿਕ ਨਾਲ ਆਪਣੇ ਪ੍ਰੈਕਟੀਕਲ ਦੇ ਨਾਲ ਹਰ ਉਹ ਚੀਜ਼ ਨੂੰ ਚੈਲੰਜ ਕਰ ਦਿੱਤਾ ਜਿਹਦੇ ਆਧਾਰ ਦੇ ਉੱਤੇ ਧਰਮ ਦੀ ਹੋਂਦ ਮੰਨੀ ਜਾਂਦੀ ਸੀ, ਪਰਮਾਤਮਾ ਦੀ ਹੋਂਦ ਮੰਨੀ ਜਾਂਦੀ ਸੀ। ਇਸ ਕਰਕੇ ਅੱਜ ਜਦੋਂ ਅਸੀਂ ਸਰਮਾਏਦਾਰੀ ਦੇ ਯੁੱਗ ਵਿੱਚ ਰਹਿ ਰਹੇ ਹਾਂ ਤਾਂ ਇੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਕਰਨਾ ਪਿਛਾਂ ਖਿੱਚੂ ਵਿਚਾਰਧਾਰਾ ਹੋਵੇਗੀ, ਅਗਾਂਹ ਵਧੂ ਵਿਚਾਰਧਾਰਾ ਨਹੀਂ ਹੋਊਗੀ। ਜਿਹੜੇ ਮੇਰੇ ਦੋਸਤ ਯੂਨੀਵਰਸਿਟੀਆਂ 'ਚ ਨੇ, ਕਾਮਰੇਡਾਂ ਦੀ ਜਾਂ ਮਾਰਕਸਿਸਟ ਵਿਚਾਰਧਾਰਾ ਨੂੰ ਪਰਨਾਏ ਹੋਏ ਵਿਦਵਾਨਾਂ ਦੀ ਭਾਸ਼ਾ ਦੇ ਵਿੱਚੋਂ ਇਹ ਦੋ ਲਫ਼ਜ਼ਾਂ ਨੂੰ ਤੁਸੀਂ ਬਹੁਤ ਵਾਰ ਸੁਣਿਆ ਹੋਏਗਾ, ਕਿਉਂਕਿ ਉਹਨਾਂ ਦੀ ਪ੍ਰੋਬਲਮ ਇਸ ਗੱਲ 'ਚੋਂ ਨਹੀਂ ਜਾਗੀ ਕਿ ਉਹਨਾਂ ਨੇ ਪਿਛਾਂ ਖਿੱਚੂ ਕਹਿਣਾ ਹੈ, ਉਹਨਾਂ ਦੀ ਵਿਚਾਰਧਾਰਾ ਹੀ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦੇ ਰਹੀ ਕਿ ਜਿਹੜਾ ਧਰਮ ਆਧਾਰਿਤ ਜਾਂ ਰੱਬ ਕੇਂਦਰਿਤ ਜਿਹੜਾ ਕੋਈ ਚਿੰਤਨ ਹੈ ਉਹ ਸਰਮਾਏਦਾਰੀ ਦੇ ਯੁੱਗ ਦੇ ਵਿੱਚ ਮਨੁੱਖ ਦਾ ਕੋਈ ਭਲਾ ਕਰ ਸਕਦਾ। ਉਹਨਾਂ ਦਾ ਮੰਨਣਾ ਕਿ ਅੱਜ ਦੇ ਯੁੱਗ ਦੇ ਵਿੱਚ ਮਨੁੱਖ ਦਾ ਭਲਾ ਇਸ ਗੱਲ ਦੇ ਵਿੱਚ ਹੈ ਕਿ ਉਹਦੀ ਐਕਸਪਲੋਇਟੇਸ਼ਨ ਦੇ ਪ੍ਰਤੀ ਉਹ ਕਿੰਨਾ ਚਿੰਤਨ ਕਰਦਾ ਤੇ ਕਿੰਨਾ ਅਵੇਅਰ ਹੋ ਗਿਆ। ਉਸ ਅਵੇਅਰਨੈਸ ਦੇ ਵਿੱਚੋਂ ਕਹਿੰਦੇ ਰੈਵੋਲੂਸ਼ਨ ਨਿਕਲੂਗਾ, ਉਸ ਬਾਬੇ ਨਾਨਕ ਦੀ ਉਸ ਗੱਲ 'ਚੋਂ ਨਹੀਂ ਨਿਕਲੂਗਾ ਜਿਹੜੀ ਗੱਲ ਨੇ ਜਗੀਰਦਾਰੀ ਸਿਸਟਮ ਦੇ ਵਿਰੁੱਧ ਰੈਵੋਲੂਸ਼ਨ ਕਰਨ ਦੀ ਬੰਦੇ ਦਾ ਸਾਥ ਦਿੱਤਾ। ਇੱਕ ਮਿੰਟ ਸੌਰੀ। ਇਸ ਦੇ ਨਾਲ ਹੀ ਇਤਿਹਾਸ ਚਿੰਤਨ ਦਾ ਇੱਕ ਬਹੁਤ ਹੀ ਕਮਾਲ ਦੀ ਪੱਧਤੀ ਜਿਹੜੀ ਕਿ ਹਾਲਾਂਕਿ ਮੈਂ ਉਹਦਾ ਜ਼ਿਕਰ ਜਿਹੜਾ ਹੈ ਉਹ ਨਾਵਲ ਦੇ ਥਰੂ ਕਰਾਂਗਾ, ਪਰ ਉਹ ਨਾਵਲ ਦੇ ਵਿੱਚੋਂ ਨਾ ਹੋ ਕੇ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਇੱਕ ਇਤਿਹਾਸ ਚਿੰਤਨ ਦਾ ਇੱਕ ਵੱਖਰਾ ਰੂਪ ਹੈ ਜਿਹੜਾ ਕਿ ਧਰਤੀ ਦੇ ਉੱਤੇ ਜਿਹੜੇ ਵੱਡੇ ਵਿਦਵਾਨ ਹੋਏ ਉਹਨਾਂ ਦੇ ਵਿੱਚੋਂ ਲਿਓ ਟਾਲਸਟਾਏ ਦਾ ਦਿੱਤਾ ਹੋਇਆ।
ਲਿਓ ਟਾਲਸਟਾਏ ਦਾ ਇੱਕ ਨਾਵਲ ਹੈ ਵਾਰ ਐਂਡ ਪੀਸ। ਹੋ ਸਕਦਾ ਕੁਝ ਦੋਸਤਾਂ ਨੇ ਪੜ੍ਹਿਆ ਹੋਵੇਗਾ। ਜੇ ਇਤਿਹਾਸ ਚਿੰਤਨ ਦੀ ਉਹਦੀ ਦ੍ਰਿਸ਼ਟੀ ਨੂੰ ਜਾਣਨਾ ਹੋਵੇ ਤਾਂ ਉਹ ਨਾਵਲ ਬਹੁਤ ਮਹੱਤਵਪੂਰਨ ਆ। ਹੁਣ ਇੱਥੇ ਨਾਵਲ ਦਾ ਮਤਲਬ ਨਾਵਲ ਨਾ ਹੋ ਕੇ ਮੈਂ ਇਹਨੂੰ ਨਾਵਲ ਨੂੰ ਇੱਕ ਬਿਰਤਾਂਤ ਕਹਾਂਗਾ। ਤੇ ਅੱਜ ਦੇ ਯੁੱਗ ਦੇ ਵਿੱਚ ਬਿਰਤਾਂਤ ਦੇ ਯੁੱਗ 'ਚ ਜੀ ਰਹੇ ਹਾਂ। ਹਿਸਟਰੀ ਵੀ ਇੱਕ ਬਿਰਤਾਂਤ ਬਣ ਚੁੱਕੀ ਆ, ਕਿਉਂਕਿ ਉਹ ਹਮੇਸ਼ਾ ਹੀ ਇੱਕ ਚੀਜ਼ ਨੂੰ ਜਾਂ ਇੱਕ ਮਿਸ਼ਨ ਨੂੰ ਸਾਹਮਣੇ ਰੱਖ ਕੇ ਚੱਲਦੀ ਹੈ ਕਿ ਮੈਂ ਕਿਸ ਚੀਜ਼ ਨੂੰ ਸਾਬਤ ਕਰਨਾ ਤੇ ਕਿਸ ਨੂੰ ਨਹੀਂ ਕਰਨਾ। ਜਦੋਂ ਇਹ ਮਿਸ਼ਨ ਚੱਲ ਰਿਹਾ ਤਾਂ ਫਿਰ ਹਿਸਟਰੀ ਦੀ ਕਿਤਾਬ ਵੀ ਹਿਸਟਰੀ ਦੀ ਕਿਤਾਬ ਨਾ ਹੋ ਕੇ ਇੱਕ ਬਿਰਤਾਂਤ ਹੋ ਜਾਂਦਾ। ਤਾਂ ਟਾਲਸਟਾਏ ਨੂੰ ਇਸ ਗੱਲ ਦੀ ਸਮਝ ਅੱਜ ਤੋਂ 100 ਸਾਲ ਪਹਿਲਾਂ ਆ ਗਈ ਸੀ। ਉਹਨੇ ਇੱਕ ਬਿਰਤਾਂਤ ਸਿਰਜਿਆ। ਉਹ ਕਹਿੰਦਾ ਕਿ ਕੋਈ ਵੀ ਘਟਨਾ ਅਚਨਚੇਤੀ ਨਹੀਂ ਵਾਪਰਦੀ। ਹਰ ਘਟਨਾ ਦੇ ਘਟਣ ਦਾ ਕਾਰਨ ਉਸ ਦੀ ਪਿਛਲੀ ਘਟਨਾ 'ਚ ਪਿਆ ਹੁੰਦਾ ਤੇ ਉਸ ਘਟਨਾ ਦੇ ਘਟਣ ਦਾ ਕਾਰਨ ਉਸ ਤੋਂ ਪਿਛਲੀ ਘਟਨਾ 'ਚ ਪਿਆ ਹੁੰਦਾ। ਇਸ ਤਰੀਕੇ ਉਹ ਤੁਰਦਾ ਤੁਰਦਾ ਪਹਿਲੇ ਉਸ ਆਦਮ ਤੇ ਹਵਾ ਤੱਕ ਪਹੁੰਚ ਜਾਂਦਾ ਜਿਹਨੂੰ ਅਸੀਂ ਧਰਤੀ ਦੇ ਪਹਿਲੇ ਮਨੁੱਖ ਮੰਨਦੇ ਹਾਂ ਐਜ਼ ਪਰ ਵੈਸਟਰਨ ਜਾਂ ਸੈਮਟਿਕ ਫਿਲੋਸਫੀ। ਕਿ ਉਹ ਕਹਿੰਦਾ ਕਿ ਜਦੋਂ ਮਨੁੱਖ ਨੇ ਇਸ ਧਰਤੀ ਤੇ ਆਪਣਾ ਪਹਿਲਾ ਕਦਮ ਰੱਖਿਆ, ਸਾਰੀ ਦੀ ਸਾਰੀ ਹਿਸਟਰੀ ਕਿਤੇ ਨਾ ਕਿਤੇ ਅਦ੍ਰਿਸ਼ਟ ਰੂਪ ਦੇ ਵਿੱਚ ਲਿਖੀ ਗਈ ਸੀ, ਕਿਉਂਕਿ ਉਹਦਾ ਹਰ ਅਗਲਾ ਕਦਮ ਪਿਛਲੇ ਕਦਮ ਦੀ ਕੰਟੀਨਿਊਟੀ 'ਚ ਆ ਰਿਹਾ ਹੈ। ਉਹ ਆਪਣੇ ਨਾਵਲ ਦੇ ਵਿੱਚੋਂ ਦੀ ਜਦੋਂ ਗੱਲ ਕਰਦਾ, ਉਹ ਕਹਿੰਦਾ ਕਿ ਫਰਾਂਸ ਨੇ ਜਿਹੜਾ ਰਸ਼ੀਆ ਦੇ ਉੱਤੇ ਹਮਲਾ ਕੀਤਾ ਨਪੋਲੀਅਨ ਦੀ ਰਹਿਨੁਮਾਈ ਦੇ ਵਿੱਚ, ਉਹ ਕਹਿੰਦਾ ਕਿ ਉਹ ਹਮਲਾ ਇਸ ਕਰਕੇ ਨਹੀਂ ਹੋਇਆ ਕਿ ਨਪੋਲੀਅਨ ਪੈਦਾ ਹੋਇਆ ਤੇ ਉਹ ਬਹੁਤ ਮਹੱਤਵਕਾਂਖੀ ਸੀ ਇਸ ਕਰਕੇ ਰਸ਼ੀਆ ਤੇ ਹਮਲਾ ਹੁੰਦਾ। ਕਹਿੰਦਾ ਨੋ, ਆਦਿ ਕਾਲ ਤੋਂ ਘਟਨਾਵਾਂ ਦੀ ਲੜੀ ਜਿਸ ਪ੍ਰਕਾਰ ਵਾਪਰਦੀ ਆ ਰਹੀ ਸੀ ਉਹਦੇ ਵਿੱਚ ਇਹ ਹਮਲਾ ਹੋਣਾ ਹੀ ਹੋਣਾ ਸੀ। ਫਰਕ ਸਿਰਫ ਇਸ ਗੱਲ 'ਚ ਪਿਆ ਕਿ ਫਰਾਂਸ ਦੇ ਉੱਤੇ ਉਦੋਂ ਨਪੋਲੀਅਨ ਰਾਜ ਕਰਦਾ ਸੀ, ਇਸ ਕਰਕੇ ਨਪੋਲੀਅਨ ਦਾ ਨਾਮ ਹੋਇਆ। ਇਸ ਕਰਕੇ ਹਮਲਾ ਜਾਂ ਵੱਡੀ ਚੀਜ਼ ਨਹੀਂ ਵਾਪਰੀ ਕਿ ਉਸ ਸਮੇਂ ਨਪੋਲੀਅਨ ਪੈਦਾ ਹੋ ਗਿਆ ਸੀ। ਭਾਵ ਕਿ ਉਹ ਧਰਤੀ ਦੇ ਉੱਤੇ ਕਿਸੇ ਵੀ ਨਾਇਕਤਵ ਨੂੰ ਉਸਰਨ ਦੀ ਇਜਾਜ਼ਤ ਹੀ ਨਹੀਂ ਦਿੰਦਾ। ਉਹਦੇ ਵਿੱਚ ਉਹਦੀ ਰਮਜ 'ਚ ਇਹ ਗੱਲ ਨਾਲ ਸ਼ਾਮਲ ਹੈ। ਉਹ ਕਹਿੰਦਾ ਕਿ ਇੱਥੋਂ ਤੱਕ ਉਹ ਨਾਲ ਲਿਖਦਾ, ਉਹਦੀ ਸਾਰੇ ਨਾਵਲ ਦੇ ਵਿੱਚ ਨਾ ਜਿਹੜਾ ਰਸ਼ੀਆ ਵੱਲੋਂ ਇੱਕ ਜਰਨੈਲ ਲੜਿਆ, ਉਹਦਾ ਨਾਂ ਸੀ ਕੁਤੂਜ਼ੋਵ। ਕੁਤੂਜ਼ੋਵ ਅਚਨਚੇਤਾ ਹੀ ਜਰਨੈਲ ਬਣਾਇਆ ਗਿਆ। ਉਸ ਪੋਜੀਸ਼ਨ 'ਚ ਜਦੋਂ ਰਸ਼ੀਆ ਫੌਜ ਹਾਰਦੀ ਚਲੀ ਜਾ ਰਹੀ ਸੀ, ਉਹਨੂੰ ਕੁਝ ਸਮੇਂ ਲਈ ਬਣਾਇਆ ਗਿਆ ਤੇ ਉਹਨੇ ਬੋਰੋਦੀਨੋ ਦੀ ਲੜਾਈ ਦੇ ਵਿੱਚ ਰਸ਼ੀਅਨ ਫੌਜਾਂ ਦੀ ਰਹਿਨੁਮਾਈ ਕੀਤੀ। ਉਸ ਲੜਾਈ ਤੋਂ ਬਾਅਦ ਵਿੱਚ ਫਰਾਂਸ ਦੀਆਂ ਜਿਹੜੀਆਂ ਫੌਜਾਂ ਨੇ ਉਹ ਮਾਸਕੋ 'ਚ ਇੰਟਰ ਹੋ ਗਈਆਂ ਤੇ ਲੋਕਾਂ ਨੇ ਸਮਝ ਲਿਆ ਕਿ ਰੂਸ ਹਾਰ ਗਿਆ ਉਸ ਲੜਾਈ 'ਚ। ਕੱਲਾ ਇੱਕ ਬੋਰੋਦੀਨੋ ਹੀ ਇਹੋ ਜਿਹਾ ਸ਼ਖਸ ਸੀ ਜਿਹੜਾ ਇਹ ਜਾਣਦਾ ਸੀ ਕਿ ਰੂਸ ਹਾਰਿਆ ਨਹੀਂ, ਰੂਸ ਜਿੱਤ ਗਿਆ। ਉਹਦਾ ਰੀਜ਼ਨ ਸਿਰਫ ਇੰਨਾ ਸੀ ਕਿ ਉਹ ਚਾਹੁੰਦਾ ਸੀ ਕਿ ਇਹ ਫੌਜਾਂ ਜਦੋਂ ਮਾਸਕੋ 'ਚ ਇੰਟਰ ਹੋਣ, ਸਾਨੂੰ ਸਿਰਫ ਇੰਨਾ ਕੀ ਵਕਤ ਚਾਹੀਦਾ ਹੈ ਕਿ ਮਾਸਕੋ ਦੇ ਵਿੱਚੋਂ ਸਾਰਾ ਅਨਾਜ ਹਟਾ ਲਿਆ ਜਾਵੇ ਤੇ ਸਾਰੇ ਲੋਕਾਂ ਨੂੰ ਇੱਕ ਬਹੁਤ ਦੂਰੀ ਤੱਕ ਭੇਜ ਦਿੱਤਾ ਜਾਵੇ। ਹਾਲਤ ਇਹ ਸੀ ਕਿ ਫਰਾਂਸ ਦੀ ਪਿੱਛੋਂ ਸਪਲਾਈ ਨਹੀਂ ਸੀ ਆ ਰਹੀ ਤੇ ਜਦੋਂ ਰੂਸ ਦੀ ਫੌਜ ਇਸ ਕਰਕੇ ਮਾਸਕੋ ਤੇ ਹਮਲਾ ਕਰਨ ਜਾ ਰਹੀ ਸੀ ਕਿ ਸਾਨੂੰ ਕੁਝ ਖਾਣ ਨੂੰ ਮਿਲ ਜੂਗਾ, ਪਰ ਜਦੋਂ ਮਾਸਕੋ 'ਚ ਇੰਟਰ ਹੋਈ ਤੇ ਖਾਣ ਲਈ ਉੱਥੇ ਕੁਝ ਵੀ ਨਹੀਂ ਸੀ। ਉਹਨਾਂ ਨੂੰ ਉੱਥੇ ਜਾ ਕੇ ਅਸਲ 'ਚ ਪਤਾ ਲੱਗਿਆ ਕਿ ਅਸੀਂ ਲੜਾਈ ਹਾਰ ਗਏ ਸੀ। ਪਰ ਅਗਲੀ ਗੱਲ ਕਿ ਕੁਤੂਜ਼ੋਵ ਨੂੰ ਉਸ ਲੜਾਈ ਦੇ ਹਾਰਨ ਦੇ ਕਾਰਨਾਂ ਦੇ ਵਿੱਚੋਂ ਦੀ ਹਟਾ ਦਿੱਤਾ ਗਿਆ। ਉਹ ਕਹਿੰਦਾ ਕਿ ਜਿਹੜਾ ਕੁਤੂਜ਼ੋਵ ਦਾ ਨਾਇਕਤਵ ਹੈ ਉਹ ਘਟਨਾਵਾਂ ਦੀ ਪਦਾਇਸ਼ ਹੈ। ਜਿਹਨੇ ਨਪੋਲੀਅਨ ਵਰਗੇ ਸ਼ਹਿਨਸ਼ਾਹ ਨੂੰ ਵੀ ਦਿਸਦੇ ਰੂਪ ਦੇ ਵਿੱਚ ਉਹ ਬੇਸ਼ੱਕ ਨਹੀਂ ਹਾਰਿਆ, ਪਰ ਉਹ ਫਿਰ ਵੀ ਹਾਰ ਕੇ ਉੱਥੋਂ ਧਰਤੀ ਤੋਂ, ਤੇ ਉਹਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਪਈ ਕਿ ਉਹ ਮਾਸਕੋ ਤੋਂ ਅੱਗੇ ਵੱਧਦਾ। ਨਪੋਲੀਅਨ ਜਿੱਤਿਆ ਹੋਇਆ ਵੀ ਮਾਸਕੋ ਤੋਂ ਵਾਪਸ ਫਰਾਂਸ ਨੂੰ ਚੱਲਿਆ ਗਿਆ। ਭਾਵ ਕਿ ਉਹਦੀ ਜਿੱਤ ਦੇ ਅੰਦਰ ਹੀ ਉਹਦੀ ਹਾਰ ਲੁਕੀ ਸੀ। ਤੇ ਟਾਲਸਟਾਏ ਆਪਣੇ ਇਤਿਹਾਸ ਦੇ ਚਿੰਤਨ ਦੀ ਜਿਹੜੀ ਚੋਂ ਦਿਸ਼ਾ ਕੱਢਦਾ, ਉਹ ਕਹਿੰਦਾ ਕਿ ਘਟਨਾਵਾਂ ਹੀ ਹਨ ਜਿਹੜੀਆਂ ਬੰਦੇ ਨੂੰ ਨਾਇਕਤਵ ਤੇ ਲੈ ਕੇ ਆਉਂਦੀਆਂ ਤੇ ਉਹਨੂੰ ਹਟਾ ਦਿੰਦੀਆਂ। ਹੁਣ ਇਸ ਪੱਧਤੀ ਤੋਂ ਜੇਕਰ ਗੁਰੂ ਨਾਨਕ ਸਾਹਿਬ ਨੂੰ ਵਿਚਾਰਨਾ ਹੋਵੇ ਤਾਂ ਫਿਰ ਗੁਰੂ ਨਾਨਕ ਸਾਹਿਬ ਉਹ ਨਾਇਕ ਨੇ ਜਿਹੜੇ ਹਿਸਟਰੀ ਦੀ ਚੱਲੀ ਆ ਰਹੀ ਪਰੰਪਰਾ ਨੂੰ ਵੀ ਪੁੱਠਾ ਗੇੜ ਦੇ ਦਿੰਦੇ ਆ। ਪਰ ਐਜ਼ ਪਰ ਟਾਲਸਟਾਏ ਦੀ ਚਿੰਤਨ ਪੱਧਤੀ, ਗੁਰੂ ਨਾਨਕ ਸਾਹਿਬ ਇਤਿਹਾਸ ਦੇ ਵਿੱਚ ਘਟਨਾਵਾਂ ਦੀ ਪਦਾਇਸ਼ ਹੋਣਗੇ। ਉਹਨਾਂ ਦਾ ਨਾਇਕਤਵ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਉਹ ਲਾਏਗਾ ਹੀ ਲਾਏਗਾ। ਨਾਲ ਦੀ ਨਾਲ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਜਿਹੜੀਆਂ ਰਾਜਨੀਤਿਕ ਘਟਨਾਵਾਂ ਨੇ ਉਹ ਉਹਨਾਂ ਦੇ ਕੁੱਲ ਜੀਵਨ ਦੇ ਵਿੱਚ ਬਹੁਤ ਥੋੜੀਆਂ ਨੇ, ਜਸ ਉਂਗਲਾਂ ਤੇ ਗਿਣੀਆਂ ਜਾਣ ਜੋਗੀਆਂ। ਹੋ ਸਕਦਾ ਕਿ ਇਹ ਪੱਧਤੀ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦਾ ਓਡਾ ਸਥਾਨ ਵੀ ਇਤਿਹਾਸ ਵਿੱਚ ਨਾ ਦੇਵੇ ਜਿੱਡਾ ਅਸਥਾਨ ਦੇ ਉਹ ਹੱਕਦਾਰ ਹੈਗੇ ਆ, ਜਾਂ ਜਿਹੜਾ ਨਾਇਕਤਵ ਉਹ ਨਾਇਕਤਵ ਹੈ ਜਿਹੜਾ ਕਹਿ ਲਓ ਕਿ ਧਰਤੀ ਦੇ ਉੱਤੇ ਸਰੀਰ ਰੂਪ ਦੇ ਵਿੱਚ ਪ੍ਰਗਟ ਹੋ ਕੇ ਵੀ ਪਰਮਾਤਮਾ ਦੀ ਉਸ ਜੋਤ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹਦੇ ਕਾਇਨਾਤ ਜਿਹਦੇ ਵਿਧਨ ਚੱਲਦੀ ਆ।
ਭਾਵ ਕਿ ਉਹ ਕਿਸੇ ਵੀ ਘਟਨਾ ਦਾ ਕਾਰਜ ਤੇ ਕਾਰਜ ਦੋਨੋਂ ਇੱਕੋ ਵੇਲੇ ਹੋ ਸਕਦਾ ਹੈ, ਪਰ ਟੋਲਸਟਾਏ ਦੀ ਇਹ ਪੱਧਤੀ ਉਹਨੂੰ ਇਸ ਰੂਪ ਦੇ ਵਿੱਚ ਪਹਿਚਾਨਣ ਦੀ ਨਿਗਾਹ ਨਹੀਂ ਰੱਖਦੀ। ਅਗਲੀ ਇਤਿਹਾਸ ਦੀ ਇੱਕ ਚਿੰਤਨ ਪੱਤੀ ਜਿਹੜੀ ਚਰਚਾ 'ਚ ਤਾਂ ਬਹੁਤੀ ਨਹੀਂ ਆਈ ਪਰ ਮਹੱਤਵਪੂਰਨ ਆ, ਉਹ ਹੈ ਬੋਰਿਸ ਪਾਸਤਰਨਾਕ ਦਾ ਲਿਖਿਆ ਹੋਇਆ ਨਾਵਲ ਡਾਕਟਰ ਜ਼ਿਵਾਗੋ। ਰਸ਼ੀਆ 'ਚ ਲਿਖਿਆ ਗਿਆ, ਸਮਾਂ ਪਾ ਕੇ ਇੰਗਲਿਸ਼ 'ਚ ਟਰਾਂਸਲੇਟ ਹੋਇਆ ਅਤੇ ਬਾਅਦ ਵਿੱਚ ਉਹਨੂੰ ਜਿਹੜੇ ਨੋਬਲ ਪ੍ਰਾਈਜ਼ ਜਿਹੜਾ ਹੈ ਉਹ ਵਿਨਰ ਨਾਵਲ ਆ। ਉਹਦੇ ਵਿੱਚ ਹਾਲਾਂਕਿ ਉਹ ਆਪਣੇ ਇਤਿਹਾਸ ਚਿੰਤਨ ਨੂੰ ਸਿੱਧਾ ਨਹੀਂ ਦਿੰਦਾ, ਅਤੇ ਉਸ ਨਾਵਲ ਦਾ ਜਿਹੜਾ ਵਿਸ਼ਾ ਹੈ ਉਹ ਰਸ਼ੀਆ ਦੀ 1907 ਜਿਹੜੀ 14-15 ਵਾਲੀ ਕ੍ਰਾਂਤੀ ਆ, ਜਿਹਨੂੰ ਸਮਾਜਵਾਦੀ ਕ੍ਰਾਂਤੀ ਕਹੀਦਾ, ਉਹਦੇ ਆਧਾਰ 'ਤੇ ਲਿਖਿਆ ਹੋਇਆ। ਉਹਦੇ ਵਿੱਚ ਇੱਕ ਪਾਤਰ ਕਹਿੰਦਾ ਹੈ, ਆਪਸ ਵਿੱਚ ਗੱਲਬਾਤ ਹੈ, ਜਸਟ ਇੱਕ ਇਸ਼ਾਰਾ ਹੀ ਹੈ ਪਰ ਉਹ ਹੈ ਬਹੁਤ ਕਮਾਲ ਦਾ। ਉਹ ਕਹਿੰਦਾ ਕਿ ਜਿਹੜੀਆਂ ਘਟਨਾਵਾਂ ਸਮਕਾਲ ਦੇ ਵਿੱਚ ਬਹੁਤ ਵਿਕਰਾਲ ਰੂਪ ਦੇ ਵਿੱਚ ਘੜ ਰਹੀਆਂ ਤੇ ਲਗਾਤਾਰ ਵਾਪਰ ਰਹੀਆਂ, ਹਰ ਬੰਦਾ ਜਿਹਦੀ ਚਰਚਾ ਕਰ ਰਿਹਾ ਹੈ, ਕਹਿੰਦਾ ਕਿ ਇਹ ਇਤਿਹਾਸ ਦੇ ਗਤੀ ਹੋਣਸ਼ੀਲ ਹੋਣ ਦਾ ਭਰਮ ਤਾਂ ਸਿਰਜਦੀਆਂ, ਪਰ ਇਤਿਹਾਸ ਦੀ ਗਤੀ ਇਹਨਾਂ ਨਾਲ ਨਹੀਂ ਹੁੰਦੀ। ਇਤਿਹਾਸ ਦੀ ਗਤੀ ਕਹਿੰਦੀ ਇੰਨਾ ਮੂਕ ਹੁੰਦੀ ਆ, ਜਿਵੇਂ ਘਾਹ ਦੀ ਪੱਤੀ ਪੈਦਾ ਹੋ ਗਈ, ਇੱਕ ਵਾਰ ਬੂਟਾ ਫੁੱਟ ਪਿਆ, ਉਹ ਕਹਿੰਦਾ ਵੱਧਦਾ ਤਾਂ ਹੈ ਪਰ ਦਿਖਾਈ ਨਹੀਂ ਦਿੰਦਾ ਕਿ ਵੱਧ ਰਿਹਾ। ਉਹ ਕਹਿੰਦਾ ਕਿ ਇਤਿਹਾਸ ਇੰਨਾ ਮੂਕ ਚੱਲਦਾ ਕਿ ਉਹਨੂੰ ਸਮਝਣਾ ਸੌਖਾ ਨਹੀਂ, ਪਰ ਉਹਦੇ ਵਿੱਚ ਉਹ ਕਿਸੇ ਵਿਅਕਤੀ ਦੀ ਐਂਟਰੀ ਨਹੀਂ ਭਾਲਦਾ। ਉਹਦੇ ਵਿੱਚ ਉਹ ਕਿਸੇ ਵਿਅਕਤੀ ਨੂੰ ਥਾਂ ਨਹੀਂ ਦਿੰਦਾ, ਉਹ ਇੱਕ ਨਿਰਾ ਖਿਆਲ ਸਿਰਜਦਾ ਕਿ ਕਹਿੰਦਾ ਉਹ ਖਿਆਲ ਹੀ ਹਿਸਟਰੀ ਦੀ ਗਤੀ ਬਣਦਾ ਹੈ। ਬਾਹਰੀ ਰੂਪ ਦੇ ਵਿੱਚ ਵਾਪਰੀਆਂ ਵਿਕਰਾਲ ਘਟਨਾਵਾਂ ਉਸ ਮੂਕ ਚਾਲ ਦਾ ਹੀ ਲਿਸ਼ਕਾਰਾ ਰੂਪ ਹੁੰਦੀਆਂ, ਇਸ ਤੋਂ ਵੱਧ ਕੁਝ ਨਹੀਂ ਹੁੰਦੀਆਂ। ਤਾਂ ਇਸ ਦ੍ਰਿਸ਼ਟੀ ਤੋਂ ਵੀ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੋਤ ਰੂਪ ਹੋ ਕੇ ਵੀ ਸਰੀਰ ਰੂਪ ਦੇ ਵਿੱਚ ਧਰਤੀ ਦੇ ਉੱਤੇ ਗੁਰ ਪਰਮੇਸ਼ਵਰ ਦੇ ਰੂਪ ਦੇ ਵਿੱਚ ਵਿਚਰਦੇ ਆ, ਤੇ ਬੋਰਿਸ ਪਾਸਤਰਨਾਕ ਕੋਲ ਹਾਲਾਂਕਿ ਉਹ ਇਹ ਤਾਂ ਮੰਨਦਾ ਕਿ ਇਤਿਹਾਸ ਦੀ ਗਤੀ ਨੂੰ ਧਾਰਨ ਕਰਵਾਉਣ ਵਾਲੀ ਕੋਈ ਨਿਰਾਕਾਰ ਚੀਜ਼ ਆ, ਪਰ ਉਹ ਨਿਰਾਕਾਰ ਚੀਜ਼ ਦੇ ਵਿੱਚ ਜਿਵੇਂ ਕਿ ਗੁਰਜੋਤ ਜਿਹੜੀ ਜਦੋਂ ਸਰੀਰ ਰੂਪ ਦੇ ਵਿੱਚ ਪਲਟ ਕੇ ਧਰਤੀ ਦੇ ਉੱਤੇ ਵਿਚਰ ਰਹੀ ਆ, ਉਹਦੇ ਲਈ ਉਹਦੀ ਥਾਂ ਨਹੀਂ ਬਣਾਉਂਦਾ, ਤੇ ਉਹਨੂੰ ਲੱਗਦਾ ਹੈ ਕਿ ਨਿਰਾਕਾਰ ਖਿਆਲ ਤਾਂ ਹੋ ਸਕਦਾ ਹੈ ਪਰ ਬੰਦਾ ਉਹਦੀ ਕੋਰ ਨਹੀਂ ਬਣ ਸਕਦਾ। ਪਰ ਗੁਰੂ ਨਾਨਕ ਸਾਹਿਬ ਧਰਤੀ ਦੇ ਉੱਤੇ ਇਤਿਹਾਸ ਦੀ ਕੋਰ ਦੇ ਤੌਰ ਤੇ ਵਿਚਰਦੇ ਹੈ, ਜਿਨ੍ਹਾਂ ਦੇ ਵਿੱਚੋਂ ਵੱਡੀਆਂ ਵਿਕਰਾਲ ਘਟਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਨੇ ਬਹੁਤ ਚੰਗੀ ਤਰ੍ਹਾਂ ਵੇਖੀਆਂ ਵੀ। ਤਾਂ ਅਗਲੀ ਜਿਹੜੀ ਮੈਂ ਗੱਲ ਕਰਨਾ ਚਾਹਾਂਗਾ ਉਹ ਇਹ ਹੈ ਕਿ ਇਤਿਹਾਸ ਚਿੰਤਨ ਇੱਕ ਬਹੁਤ ਮਹੱਤਵਪੂਰਨ ਵਿਸ਼ਾ, ਜਿਵੇਂ ਪਾਰਸਰਾ ਮੋਵਾਲੀਆ ਦਾ ਇੱਕ ਸ਼ੇਰ ਆ, ਕਹਿੰਦਾ ਧਾਗਾ ਧਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ੍ਹ ਜਾਵੇ, ਪਾਰਸ ਮਿਟ ਜਾਂਦੀ ਅੱਖਰ ਬਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਹੁਣ ਜਦੋਂ ਸਾਡੇ ਸਾਹਮਣੇ ਇਤਿਹਾਸ ਇਸ ਰੂਪ 'ਚ ਆ ਕੇ ਖੜ ਗਿਆ ਕਿ ਕੌਮਾਂ ਲਈ ਇਹ ਜ਼ਰੂਰੀ ਸ਼ਰਤ ਬਣ ਗਈ ਕਿ ਉਹ ਆਪਣੇ ਇਤਿਹਾਸ ਨੂੰ ਖੋਲ੍ਹਣ ਵੀ, ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਗੱਲ ਕਿਹਾ ਕਿ ਇਹ ਜ਼ਰੂਰੀ ਵੀ ਹੁੰਦਾ, ਪਰ ਸਵਾਲ ਇਹ ਹੈ ਕਿ ਧਰਤੀ ਦੇ ਉੱਤੇ ਉਹ ਕੌਮਾਂ ਜਾਂ ਉਹ ਨਸਲਾਂ ਜਾਂ ਉਹ ਲੋਕ ਵੀ ਹੈਗੇ ਆ, ਲੋਕ ਜਨ ਸਮੂਹ ਵੀ ਹੈਗੇ ਆ, ਜਿਹੜੇ ਆਪਣੇ ਵਿਰਸੇ ਦੀ ਗੌਰਵ ਦੀ ਗਾਥਾ ਨੂੰ ਇਤਿਹਾਸ ਦੇ ਰੂਪ ਦੇ ਵਿੱਚ ਕਹਿੰਦੇ ਹੀ ਨਹੀਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਐਗਜ਼ਾਮਪਲ ਹੈ ਭਾਰਤੀ ਆਰੀਆ ਚਿੰਤਨ। ਅਸੀਂ ਸਾਰਿਆਂ ਨੇ, ਮੈਂ ਚਲੋ ਤੁਹਾਨੂੰ ਹੈਰਾਨੀ ਵੀ ਹੋਊਗੀ, ਤੁਸੀਂ ਮੜ ਜਾ ਸੋਚ ਕੇ ਵੇਖੋ ਕਿ ਅਸੀਂ ਸਾਰਿਆਂ ਨੇ ਸਿੱਖ ਇਤਿਹਾਸ ਨਾਂ ਦੀ ਕਿਤਾਬ ਦੇਖੀ ਹੈ, ਪੰਜਾਬ ਇਤਿਹਾਸ ਦੇਖੀ ਹੈ, ਕ੍ਰਿਸਚੀਅਨਟੀ ਦਾ ਇਤਿਹਾਸ ਦੇਖਿਆ, ਇਸਲਾਮ ਦਾ ਇਤਿਹਾਸ ਦੇਖਿਆ। ਸਾਡੇ 'ਚੋਂ ਕਦੇ ਕਿਸੇ ਨੇ ਹਿੰਦੂ ਇਤਿਹਾਸ ਨਾਂ ਦੀ ਕਿਤਾਬ ਵੇਖੀ? ਨਹੀਂ ਵੇਖੀ, ਕਿਉਂਕਿ ਹਿੰਦੂ ਇਤਿਹਾਸ ਨਾਂ ਤੋਂ ਕੋਈ ਕਿਤਾਬ ਲਿਖੀ ਹੀ ਨਹੀਂ ਗਈ। ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਤਿਹਾਸ ਦਾ ਵਿਸ਼ਾ ਇੰਨਾ ਜ਼ਿਆਦਾ ਮਹੱਤਵਪੂਰਨ ਆ, ਕਿ ਉਹ ਕੌਮ ਜਿਹਨੇ ਰਿਗਵੇਦ ਦੇ ਵਰਗੇ ਗ੍ਰੰਥ ਦੀ ਰਚਨਾ ਉਦੋਂ ਕਰਤੀ ਸੀ ਜਦੋਂ ਮਨੁੱਖਤਾ ਅਜੇ ਕੌਂਸੀਅਸ ਨਹੀਂ ਸੀ ਹੋਈ, ਉਹਨੂੰ ਕੀ ਇਸ ਗੱਲ ਦਾ ਪਤਾ ਨਹੀਂ? ਪਤਾ ਹੈ, ਪਰ ਉਹਦੇ ਬਾਵਜੂਦ ਵੀ ਜੇ ਉਹ ਨਹੀਂ ਲਿਖ ਰਿਹਾ ਤਾਂ ਉਹ ਜਾਣਨ ਦੀ ਲੋੜ ਹੈਗੀ ਆ ਕਿ ਉਹ ਕਿਉਂ ਨਹੀਂ ਇਹ ਕੰਮ ਕਰਦਾ। ਤਾਂ ਸਵਾਲ ਹੈ ਕਿ ਜਿਵੇਂ ਮੈਂ ਪਹਿਲੇ ਤਿੰਨੇ ਚਿੰਤਨਾਂ ਦੀ ਗੱਲ ਕਰ ਹਟਿਆ ਹਾਂ, ਉਹਦੇ ਪਿੱਛੇ ਜਿਹੜਾ ਆਰਕੀਟਾਈਪ ਪਿਆ ਹੋਇਆ ਉਹ ਸੈਮਟਿਕ ਆਰਕੀਟਾਈਪ ਹੈ। ਸੈਮਟਿਕ ਆਰਕੀਟਾਈਪ ਦੇ ਵਿੱਚ ਜਿਹੜੀ ਟਾਈਮ ਦੀ ਪਰਸੈਪਸ਼ਨ ਬਣਦੀ ਹੈ, ਇੱਥੇ ਥੋੜ੍ਹਾ ਜਿਹਾ ਮੈਂ ਫਿਜ਼ਿਕਸ ਨੂੰ ਟੱਚ ਕਰਾਂਗਾ, ਹਾਲਾਂਕਿ ਮੈਂ ਫਿਜ਼ਿਕਸ ਦਾ ਵਿਦਿਆਰਥੀ ਨਾ ਹੋ ਕੇ
ਲਿਟਰੇਚਰ ਦਾ ਵਿਦਿਆਰਥੀ ਹਾਂ, ਹੋ ਸਕਦਾ ਹੈ ਕਿ ਪੂਰੀ ਗੱਲ ਫਿਜ਼ਿਕਸ ਦੇ ਟਾਈਮ ਸਿਧਾਂਤ ਨਾਲ ਮੇਲ ਨਾ ਖਾਂਦੀ ਹੋਵੇ, ਪਰ ਉਹਦੇ ਨੇੜੇ ਤੇੜੇ ਰਹਿਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ। ਤਾਂ ਉਹਦੇ ਵਿੱਚੋਂ ਇਹ ਆ ਕਿ ਉਹਦੇ ਵਿੱਚ ਜਿਹੜੀ ਟਾਈਮ ਦੀ ਪਰਸੈਪਸ਼ਨ ਬਣੀ, ਸੈਮਟਿਕ ਟ੍ਰੈਡੀਸ਼ਨ, ਜਿਹਦੇ ਵਿੱਚ ਇਸਲਾਮ ਵੀ ਆਉਂਦਾ, ਕ੍ਰਿਸਚੈਨਿਟੀ ਆਉਂਦੀ ਹੈ ਅਤੇ ਯਹੂਦੀ, 3 ਵੱਡੇ ਧਰਮ ਆਉਂਦੇ ਆ। ਉਹ ਕਹਿੰਦੇ ਆ ਕਿ ਬੰਦੇ ਦਾ ਪਹਿਲੇ ਆਦਿ ਪਤਨ ਹੁੰਦਾ, ਉਸ ਤੋਂ ਬਾਅਦ ਦੇ ਵਿੱਚ ਉਹਦਾ ਧਰਤੀ ਦਾ ਜੀਵਨ ਹੈ, ਉਸ ਤੋਂ ਬਾਅਦ ਦੇ ਵਿੱਚ ਉਹਦੇ ਕਬਰ ਦਾ ਜੀਵਨ ਹੈ, ਉਸ ਤੋਂ ਬਾਅਦ ਦੇ ਵਿੱਚ ਅਰਾਫਾਤ ਦੇ ਮੈਦਾਨ ਦੇ ਵਿੱਚ ਉਹਦੇ ਮਾੜੇ ਤੇ ਚੰਗੇ ਕੰਮਾਂ ਦਾ ਨਿਸਤਾਰਾ, ਉਸ ਤੋਂ ਬਾਅਦ ਦੇ ਵਿੱਚ ਸਦੀਵੀ ਨਰਕ ਜਾਂ ਸਦੀਵੀ ਸਵਰਗ, ਤੇ ਬੰਦੇ ਦਾ ਰੀਵਰਥ ਨਹੀਂ ਹੋਣਾ। ਬਾਰਿਸ਼ਾਹ ਦੀ ਹੀਰ 'ਚ ਵੀ ਜਿਵੇਂ ਆਉਂਦਾ, ਆਸਾ ਘੁੰਮਣਾ ਦੁਨੀਆ ਆਵਣਾ, ਕਿ ਬੰਦੇ ਨੇ ਦੁਬਾਰਾ ਵਰਥ ਨਹੀਂ ਲੈਣਾ। ਹੁਣ ਜਦੋਂ ਉਹਦੇ ਵਿੱਚੋਂ ਦੀ ਇਸ ਖਿਆਲ ਨੇ ਉਸ ਖਿੱਤੇ ਨੂੰ ਜਾਂ ਉਹਨੂੰ ਮੰਨਣ ਵਾਲੇ ਉਹਦੇ ਫੋਲੋਵਰਸ ਨੂੰ ਜਿਹੜੀ ਟਾਈਮ ਦੀ ਪਰਸੈਪਸ਼ਨ ਦਿੱਤੀ, ਉਹ ਲੀਨੀਅਰ ਬਣਦੀ ਆ, ਜਿਹੜੀ ਦੁਬਾਰਾ ਮੁੜ ਕੇ ਰੀਬਰਥ 'ਚ ਨਹੀਂ ਆਉਂਦੀ। ਇਸੇ ਕਰਕੇ ਕੋਈ ਵੀ ਸਾਰੀ ਦੀ ਸਾਰੀ ਸੈਮਟਿਕ ਟ੍ਰੈਡੀਸ਼ਨ ਬੰਦੇ ਦੇ ਰੀਬਰਥ ਨੂੰ ਮਾਨਤਾ ਨਹੀਂ ਦਿੰਦੀ। ਪਰ ਦੂਸਰੇ ਪਾਸੇ ਜਦੋਂ ਅਸੀਂ ਭਾਰਤੀ ਚਿੰਤਨ ਨੂੰ ਵੇਖਦੇ ਹਾਂ ਤਾਂ ਉਹਦਾ ਇਹ ਮੰਨਣਾ ਹੈ ਕਿ ਬੰਦਾ ਉਸ ਜਿਹੜੀ ਪੂਰਨ ਰੂਪ ਸੱਤਾ ਹੈ ਉਹਦੇ ਤੋਂ ਵਿਛੜ ਕੇ ਇਸ ਧਰਤੀ ਤੇ ਆਇਆ, ਆਪਣੇ ਕਰਮ ਦੀ ਬਦੌਲਤ, ਚੰਗੇ ਕਰਮਾਂ ਦੇ ਨਾਲ ਉਹਨੇ ਇਹ ਤੋਂ ਮੁਕਤੀ ਹਾਸਲ ਕਰਨੀ ਆ, ਤਾਂ ਉਹਦੇ ਵਿੱਚ ਸਮਾ ਜਾਣਾ। ਤੇ ਜਦ ਤੱਕ ਉਸ ਉੱਥੇ ਜਾ ਕੇ ਪੂਰਨ ਨਹੀਂ ਹੋ ਜਾਂਦਾ, ਉਹਨੇ ਰੀਵਰਥ 'ਚ ਰਹਿਣਾ ਤੇ 84 ਲੱਖ ਜੂਨ ਦੇ ਗੇੜ ਵਿੱਚ ਪੈ ਰਹਿਣਾ। ਹੁਣ ਇਸ ਖਿਆਲ ਨੇ ਇਸ ਖਿੱਤੇ ਨੂੰ ਜਿਹੜੀ ਟਾਈਮ ਦੀ ਪਰਸੈਪਸ਼ਨ ਦਿੱਤੀ, ਉਹ ਸਰਕੂਲਰ ਬਣੀ। ਹੁਣ ਸਵਾਲ ਹੈ, ਜਿਵੇਂ ਮੈਂ ਪਹਿਲੇ ਕਿਹਾ ਕਿ ਹਿਸਟਰੀ ਚਿੰਤਨ ਦੇ ਵਿੱਚ ਬਹੁਤ ਪੱਧਤੀਆਂ ਤਾਂ ਆਈਆਂ, ਪਰ ਇਹਨਾਂ ਨੇ ਨਹੀਂ ਲਿਖਿਆ। ਤਾਂ ਉਹ ਇਸ ਗੱਲ ਨਹੀਂ ਕਿ ਲਿਖਣਾ ਜਾਣਦੇ ਨਹੀਂ, ਲਿਖਣਾ ਜਾਣਦੇ ਆ ਤੇ ਬਹੁਤ ਕਮਾਲ 'ਚ ਲਿਖਿਆ ਵੀ ਆ। ਉਹ ਇਹ ਆ ਕਿ ਜਿੱਥੇ ਟਾਈਮ ਦੀ ਪਰਸੈਪਸ਼ਨ ਸਰਕੂਲਰ ਹੋਵੇਗੀ, ਉੱਥੇ ਮਿਥ ਦੀ ਕ੍ਰੀਏਸ਼ਨ ਹੋਵੇਗੀ, ਉੱਥੇ ਹਿਸਟਰੀ ਉਸ ਰੂਪ 'ਚ ਜਿਵੇਂ ਕਿ ਲੀਨੀਅਰ ਹਿਸਟਰੀ ਟਾਈਮ ਬਾਉਂਡ ਚੱਲਦੀ ਆ, ਉਵੇਂ ਲਿਖਿਆ ਹੀ ਨਹੀਂ ਜਾ ਸਕਦਾ। ਤੇ ਜਿਹੜੀ ਟਾਈਮ ਦੀ ਪਰਸੈਪਸ਼ਨ ਨੂੰ ਇਹ ਹਟਾਉਂਦਾ, ਉਹ ਸਰਕੂਲਰ ਹੈ। ਤੁਸੀਂ ਅਗਲੀ ਗੱਲ ਦੇਖੋ ਕਿ ਸਰਕੂਲਰ ਦੇ ਵਿੱਚ ਇੱਕ ਯੁੱਗਾਂ ਦੀ ਡਿਟੇਲ ਬਣਾਈ ਗਈ, ਜਿਹਦੇ ਵਿੱਚ ਪਹਿਲੇ ਸਤਯੁਗ ਆਉਂਦਾ, ਫਿਰ ਤ੍ਰੇਤਾ ਆਉਂਦਾ, ਦੁਆਪਰ ਆਉਂਦਾ ਤੇ ਕਲਯੁਗ ਆਉਂਦਾ। ਉਹਦੇ ਵਿੱਚ ਕਿੱਡੀ ਕਮਾਲ ਕੀਤੀ ਗਈ ਕਿ ਸਤਯੁਗ ਦੇ ਵਿੱਚ ਵੀ ਵਿਸ਼ਨੂੰ ਦਾ ਅਵਤਾਰ, ਤ੍ਰੇਤਾ ਵਿੱਚ ਵੀ ਵਿਸ਼ਨੂੰ ਦਾ ਅਵਤਾਰ, ਦੁਆਪਰ ਦੇ ਵਿੱਚ ਵੀ ਵਿਸ਼ਨੂੰ ਦਾ ਅਵਤਾਰ, ਤੇ ਕਲਯੁਗ ਦੇ ਵਿੱਚ ਵੀ ਵਿਸ਼ਨੂੰ ਦੇ ਅਵਤਾਰ ਦੀ ਗੱਲ ਕੀਤੀ ਜਾਂਦੀ ਹੈ। ਤੇ ਉਹ ਆਪਣੇ ਪ੍ਰੋਫਿਟਸ ਨੂੰ, ਪ੍ਰੋਫਿਟ ਸ਼ਬਦ ਨਹੀਂ, ਉਹਦੇ ਲਈ ਅਵਤਾਰ ਸ਼ਬਦ ਵਰਤਣਾ, ਪ੍ਰੋਫਿਟ ਕਿਉਂਕਿ ਸੈਮਟਿਕ ਟ੍ਰੈਡੀਸ਼ਨ ਵਰਤਦੀ ਆ। ਉਹ ਆਪਣੇ ਅਵਤਾਰ ਨੂੰ ਮਿੱਥ ਦੇ ਗਿਲਾਫ ਦੇ ਵਿੱਚ ਜਿਹੜਾ ਆ ਉਹ ਧਰਤੀ ਦੇ ਉੱਤੇ ਲਿਆਉਂਦਾ। ਤੇ ਉਹਦੇ ਵਿੱਚ ਇੱਕ ਸਮੱਸਿਆ ਹੈ ਕਿ ਮਿੱਥ ਦੇ ਗਿਲਾਫ ਦੇ ਵਿੱਚ ਲਿਪਟੀ ਹੋਈ ਸ਼ਖਸੀਅਤ ਬੰਦੇ ਦੇ ਅੰਦਰ ਸ਼ੋਅ ਦਾ ਅਨੁਭਵ ਪੈਦਾ ਨਹੀਂ ਕਰਦੀ, ਤੇ ਬੰਦਾ ਪਿਆਰ ਦੇ ਵਿੱਚੋਂ ਸ਼ੋਅ ਦਾ ਅਨੁਭਵ ਚਾਹੁੰਦਾ ਹੁੰਦਾ। ਉਹ ਇਹਦਾ ਮਤਲਬ ਕਿ ਇਸ ਦਿਸ਼ਾ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੂੰ ਇਹਦਾ ਹਿੱਸਾ ਬਣਾਇਆ ਗਿਆ, ਤਾਂ ਗੁਰੂ ਨਾਨਕ ਸਾਹਿਬ ਅਵਤਾਰੀ ਪੁਰਸ਼ ਬਣੇ। ਉੱਥੇ ਗੁਰੂ ਨਾਨਕ ਸਾਹਿਬ ਦੇ ਦੁਆਲੇ ਇੱਕ ਮਿੱਥ ਦਾ ਬਹੁਤ ਵੱਡਾ ਗਿਲਾਫ ਖੜਾ ਕੀਤਾ ਗਿਆ, ਜਿਹਨੇ ਗੁਰੂ ਨਾਨਕ ਸਾਹਿਬ ਨੂੰ ਟਾਈਮ ਦੀ ਲੀਨੀਅਰ ਡਾਇਮੈਂਸ਼ਨ 'ਚੋਂ ਤਾਂ ਆਜ਼ਾਦ ਕਰ ਦਿੱਤਾ, ਪਰ ਉਹਨੇ ਉਹਨੂੰ ਗਿਲਾਫ ਦੇ ਅੰਦਰ ਲਪੇਟਤਾ। ਨਤੀਜਾ ਇਹ ਹੋਇਆ ਕਿ ਜੇ ਇਸ ਪੱਧਤੀ ਤੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਸਨਮੁਖ ਜਾਣ ਦੀ ਕੋਸ਼ਿਸ਼ ਵੀ ਕਰੀਏ ਤਾਂ ਉਹ ਸ਼ੋਅ ਦਾ ਅਨੁਭਵ ਨਹੀਂ ਦੇਵੇਗਾ। ਫਿਰ ਸਵਾਲ ਹੈ ਕਿ ਹੋਵੇ ਕੀ? ਤਾਂ ਉਹਦੇ ਵਿੱਚੋਂ ਦੀ ਹੁਣ ਮੈਂ ਜੋ ਸਾਡੇ ਚਿੰਤਨ ਨੇ ਦਿੱਤਾ, ਜਿਵੇਂ ਸਾਡੇ ਚਿੰਤਨ 'ਚ ਸਾਡੇ ਬਜ਼ੁਰਗ ਸਾਨੂੰ ਸਾਖੀ ਦੇ ਕੇ ਗਏ ਨੇ। ਸਾਖੀ ਕੀ ਆ? ਸਾਖੀ ਜੇਕਰ ਇਤਿਹਾਸਕਾਰਾਂ ਦੇ, ਜਿਹੜੇ ਮਾਡਰਨ ਇਤਿਹਾਸਕਾਰ ਹੈ, ਜਿਹੜੇ ਯੂਨੀਵਰਸਿਟੀਆਂ 'ਚ ਵੱਡੇ ਵੱਡੇ ਵਿਦਵਾਨ ਬੈਠੇ ਆ, ਉਹਨਾਂ ਦੀ ਨਿਗਾਹ 'ਚ ਸਾਖੀ ਜਿਹੜੀ ਹੈ ਉਹ ਇਤਿਹਾਸ ਦਾ ਰॉ ਮਟੀਰੀਅਲ ਆ। ਉਹ ਗੁਰੂ ਨਾਨਕ ਸਾਹਿਬ ਨੂੰ ਇਤਿਹਾਸ ਵਿੱਚ ਲਿਆਉਣਾ ਹੋਵੇ ਤੇ ਉਹਦੇ 'ਚੋਂ ਰੈਫਰੈਂਸ ਤਾਂ ਲੈ ਲੈਣਗੇ, ਪਰ ਐਜ ਇਟ ਇਜ਼ ਸਾਖੀ ਨੂੰ ਇਤਿਹਾਸ ਦੇ ਵਿੱਚ ਜਗ੍ਹਾ ਨਹੀਂ ਦੇਣਗੇ। ਉਹਦੀ ਪ੍ਰੋਬਲਮ ਆ, ਕਿਉਂਕਿ ਉਹ ਜਿਸ ਰੂਪ ਦੇ ਵਿੱਚ ਚੀਜ਼ ਨੂੰ ਵੇਖ ਰਹੇ ਆ, ਉੱਥੇ ਤੱਥ ਦਾ ਹੋਣਾ ਬਹੁਤ ਜ਼ਰੂਰੀ ਆ, ਤੇ ਜਿੱਥੇ ਤੱਥ ਨਹੀਂ ਹੈ ਉਹਨਾਂ ਲਈ ਉਹ ਇਤਿਹਾਸ ਦਾ ਭਾਗ ਨਹੀਂ ਬਣ ਸਕਦੀ। ਸਾਖੀ ਦੇ ਅੰਦਰ ਜਿਹੜੀਆਂ ਦੋ ਚੀਜ਼ਾਂ ਇਕੱਠੀਆਂ ਹੀ ਚੱਲ, ਜਿਵੇਂ ਤੁਸੀਂ ਇਹ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਸਾਹਿਬ ਦੀ ਬਾਣੀ ਆਉਂਦੀ ਆ, ਜਿਹੜੇ ਟਾਈਮ ਦੀ ਲੀਨੀਅਰ ਪਰਸੈਪਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ। ਭਗਤਾਂ ਦੀ ਬਾਣੀ ਆਉਂਦੀ ਆ, ਜਿਹੜੇ ਕਿ ਟਾਈਮ ਦੀ ਸਰਕੂਲਰ ਜਿਹੜੀ ਦਿਸ਼ਾ ਹੈ ਉਹਨੂੰ ਰਿਪਰੈਜ਼ੈਂਟ ਕਰਦੇ ਆ। ਤੇ ਇਹ ਦੋਨੇ ਦਿਸ਼ਾਵਾਂ ਟਾਈਮ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਵੀ ਨੇ,
ਪਰ ਉਹਦੇ ਬਾਵਜੂਦ ਵੀ ਉਹਦੇ ਵਿੱਚ ਕੋਈ ਇੰਬੈਲੈਂਸ ਕ੍ਰੀਏਟ ਨਹੀਂ ਹੁੰਦਾ। ਇਹਦਾ ਮਤਲਬ ਕਿ ਗੁਰਬਾਣੀ ਜਿਸ ਪੱਧਤੀ ਨੂੰ ਜਾਂ ਟਾਈਮ ਦੀ ਜਿਹੜੀ ਚੀਜ਼ ਦੇ ਰਹੀ ਹੈ ਉਹ ਉਹਦੀ ਕੋਈ ਥਰਡ ਡਿਮੈਂਸ਼ਨ ਹੈ, ਜਿਹਦੇ ਵਿੱਚ ਲੀਨੀਅਰ ਤੇ ਸਰਕੂਲਰ ਦੋਨੇ ਦਿਸ਼ਾਵਾਂ ਹੀ ਆਪਣਾ ਸਥਾਨ ਵੀ ਰੱਖਦੀਆਂ ਤੇ ਉਹ ਉਹਦੇ ਬਾਵਜੂਦ ਵੀ ਇੰਬੈਲੈਂਸ ਕ੍ਰੀਏਟ ਨਹੀਂ ਕਰਦੀਆਂ। ਉਹਦੇ ਵਿੱਚੋਂ ਦੀ ਜਿਹੜੀ ਚੀਜ਼ ਸਾਡੇ ਪੁਰਖਿਆਂ ਨੇ ਸਾਨੂੰ ਦਿੱਤੀ ਉਹ ਸਾਖੀ ਬਣੀ। ਸਾਖੀ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਸਾਖੀ ਗੁਰੂ ਸਾਹਿਬ ਦੇ ਨਾਲ ਇੱਕ ਪ੍ਰਾਪੌਤਿਕ ਐਰਾ ਵੀ ਚਲਾਉਂਦੀ ਆ। ਉਹ ਪ੍ਰਾਪੌਤਿਕ ਐਰਾ ਗੁਰੂ ਨਾਨਕ ਸਾਹਿਬ ਨੂੰ ਲੀਨੀਅਰ ਦਿਸ਼ਾ ਦੇ ਵਿੱਚ ਲਿਖੇ ਜਾ ਰਹੇ ਇਤਿਹਾਸ ਦਾ ਪਾਰਟ ਨਹੀਂ ਬਣਨ ਦਿੰਦਾ ਤੇ ਉਹ ਗੁਰੂ ਜੋਤ ਦੀ ਜਿਹੜੀ ਅਸਲ ਮਹਿਮਾ ਆ ਉਹਨੂੰ ਬਚਾ ਕੇ ਰੱਖਦਾ ਹੈ। ਪਰ ਨਾਲ ਦੀ ਨਾਲ ਸਾਖੀ ਦੇ ਵਿੱਚ ਗੁਰੂ ਸਾਹਿਬ ਦੀ ਹਿਸਟਰੀ ਦੇ ਵਿੱਚ ਮਾਰਜਿੰਗ ਵੀ ਸਿੱਧੀ ਕਰਵਾਉਂਦਾ ਹੈ, ਜਿਹਦੇ ਵਿੱਚੋਂ ਦੀ ਗੁਰੂ ਨਾਨਕ ਸਾਹਿਬ ਦਾ ਬਾਬਰ ਦੇ ਨਾਲ ਜਿਹੜਾ ਆਪਸੀ ਡਾਇਲਾਗ ਆ ਉਹ ਸਿੱਧੀ ਦੀ ਸਿੱਧੀ ਟਾਈਮ ਦੀ ਜਿਹੜੀ ਲੀਨੀਅਰ ਦਿਸ਼ਾ ਆ ਉਹਦੇ ਵਿੱਚ ਉਤਰਿਆ ਹੋਇਆ। ਇਹਦਾ ਮਤਲਬ ਕਿ ਸਾਖੀ ਇੱਕੋ ਸਮੇਂ ਗੁਰੂ ਨੂੰ ਜੋਤ ਰੂਪ ਦੇ ਵਿੱਚ ਪ੍ਰਗਟ ਕਰਦੀ ਹੋਈ ਵੀ ਹਿਸਟਰੀ ਦੇ ਵਿੱਚ ਮਾਰਚਿੰਗ ਕਰਾਉਂਦੀ ਆ। ਇਸ ਕਰਕੇ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਸਾਖੀ ਦੇ ਨੁਕਤਾ ਨਿਗਾਹ ਤੋਂ ਦੇਖਣ ਦੀ ਜ਼ਿਆਦਾ ਲੋੜ ਹੈਗੀ ਆ। ਇਹਦੇ ਬਾਅਦ ਅਗਲੀ ਗੱਲ ਦੇਖੋ ਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਇਹ ਗੱਲ 100 ਸਾਲ ਪਹਿਲਾਂ ਪਤਾ ਲੱਗ ਗਈ ਸੀ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਤੇ ਅਸੀਂ ਕਿੱਧਰ ਨੂੰ ਮੁੜ ਗਏ। ਉਹਨੇ ਇਤਿਹਾਸ ਦੇ ਉੱਤੇ ਆਪਣੇ ਨਿੱਕੇ ਨਿੱਕੇ ਕਮੈਂਟ ਦਿੱਤੇ। ਉਹ ਲਿਖਦਾ ਹੈ ਕਿ ਜਿਹੜੀਆਂ ਆਧੁਨਿਕ ਇਸਤਲਾਹਾਂ ਨੇ, ਭਾਵ ਕਿ ਅੰਗਰੇਜ਼ਾਂ ਦੇ ਆਉਣ ਨਾਲ ਜਿਹੜਾ ਚਿੰਤਨ ਸਾਡੇ ਕੋਲ ਪਹੁੰਚਿਆ ਉਹਦੇ ਲਈ ਆਧੁਨਿਕਤਾ ਸ਼ਬਦ ਵਰਤਿਆ ਉਹਨਾਂ ਨੇ। ਉਹ ਕਹਿੰਦੇ ਕਿ ਜਿਹੜੀਆਂ ਆਧੁਨਿਕ ਇਸਤਲਾਹਾਂ ਨੇ ਇਹਦੇ ਮੁਤਾਬਕ ਸਿੱਖ ਇਤਿਹਾਸ ਲਿਖਿਆ ਹੀ ਨਹੀਂ ਜਾ ਸਕਦਾ। ਨੰਬਰ 2, ਉਹ ਇਤਿਹਾਸ ਜਿਹੜਾ ਡੇਟਸ ਤੇ ਤੱਥ ਦੇ ਹੂਬਹੂ ਸੱਚ ਦੀ ਹੋਣ ਦੀ ਪ੍ਰੇਰਨਾ ਤੇ ਟਿਕਿਆ ਹੋਇਆ ਉਹ ਅੰਨੇ ਘੋੜੇ ਤੇ ਸਵਾਰੀ ਕਰਦਾ ਹੈ। ਸਿੱਖ ਇਤਿਹਾਸ ਗੁਰਬਾਣੀ ਦੀ ਵਿਆਖਿਆ ਹੈ। ਇਹ ਉਹਨਾਂ ਦਾ ਤੀਸਰਾ ਪੁਆਇੰਟ ਸੀ। ਤਾਂ ਇੱਕ ਸਾਖੀ ਦੀ ਐਗਜ਼ਾਮਪਲ ਦੇ ਨਾਲ ਆਪਣੀ ਗੱਲ ਨੂੰ ਸਮਾਪਤ ਕਰਾਂਗਾ। ਪੁਰਾਤਨ ਜਨਮ ਸਾਖੀ 'ਚ ਇੱਕ ਸਾਖੀ ਆਉਂਦੀ ਆ ਕਿ ਇੱਕ ਵਾਰ ਗੁਰੂ ਨਾਨਕ ਸਾਹਿਬ ਕਿਸੇ ਥਾਂ ਦੇ ਉੱਤੇ ਕਿਸੇ ਦਰਖਤ ਦੀ ਸਵੇਰੇ ਸਵੇਰੇ ਤੁਰੇ ਗਏ, ਸੈਰ ਕਰ ਰਹੇ ਨੇ ਤੇ ਇੱਕ ਦਰਖਤ ਆਉਂਦਾ ਹੈ, ਉਹਦੀ ਛਾਂ ਦੇ ਵਿੱਚ ਲੇਟ ਜਾਂਦੇ ਆ ਤੇ ਉਹ ਉੱਥੇ ਲੇਟੇ ਲੇਟੇ ਸਾਰਿਆਂ ਦੇ ਵਿੱਚੋਂ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਜਿਹਨੇ ਸਾਖੀ ਦੇ ਸਰੂਪ ਦੇ ਉੱਤੇ ਕਿੰਤੂ ਕੀਤਾ ਹੋਵੇ। ਉਲਟਾ ਇਹ ਹੋਇਆ ਕਿ ਉਹਨਾਂ ਨੇ ਆਪਣੀ ਗੱਲ ਕਹਿਣ ਨੂੰ ਸਾਖੀ ਦੀ ਬੇਤਹਾਸ਼ਾ ਵਰਤੋਂ ਕੀਤੀ ਆ। ਜਦੋਂ ਵੈਸਟ ਦੇ ਵਿੱਚੋਂ ਆਇਆ ਹੋਇਆ ਬਸਤੀਵਾਦੀ ਚਿੰਤਨ ਜਿਹਨੇ ਸਾਡੀ ਮਾਨਸਿਕਤਾ ਨੂੰ ਇਸ ਕਦਰ ਪ੍ਰਭਾਵਿਤ ਕਰ ਲਿਆ ਕਿ ਅਸੀਂ ਯੂਨੀਵਰਸਿਟੀਆਂ ਦੇ ਉਸ ਬਣਾਏ ਹੋਏ ਫੈਨੋਮੇਨੇ ਤੋਂ ਬਾਹਰ ਸੋਚਣ ਦੀ ਜੁਰਤ ਵੀ ਨਹੀਂ ਕਰ ਪਾ ਰਹੇ, ਤਾਂ ਉਹਦੇ ਵਿੱਚੋਂ ਦੀ ਤੁਸੀਂ ਇਹ ਦੇਖੋ ਕਿ ਜਦੋਂ ਇਹ ਚਿੰਤਨ ਪੰਜਾਬ ਦੇ ਵਿੱਚ ਐਂਟਰ ਹੋ ਰਿਹਾ ਸੀ, ਭਾਈ ਵੀਰ ਸਿੰਘ ਨੇ ਇਹਦੇ ਪੈਰਲਲ ਚਮਤਕਾਰ ਲਿਖੇ। ਤਾਂ ਉਹਨਾਂ ਨੇ ਚਮਤਕਾਰਾਂ ਦੇ ਵਿੱਚ ਸਾਖੀ ਦੀ ਕੰਟੀਨਿਊਟੀ ਨੂੰ ਗੁਰ ਇਤਿਹਾਸ ਦੇ ਵਿੱਚ ਢਾਲ ਕੇ ਦਿਖਾ ਦਿੱਤਾ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਭੁੱਲ ਚੁੱਕ ਦੀ ਖਿਮਾ, ਕੁਝ ਵੱਧ ਘੱਟ ਕਹਿ ਚੁੱਕਾ, ਮਾਫੀ ਚਾਹੁੰਦਾ ਹਾਂ। ਇੰਨੀਆਂ ਕੁ ਬੇਨਤੀਆਂ ਕਬੂਲ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਡਾਕਟਰ ਦਵਿੰਦਰ ਸਿੰਘ ਜੀ ਹੋਣਾ ਦਾ। ਹੁਣ ਮੈਂ ਬੇਨਤੀ ਕਰਨਾ ਚਾਹਾਂਗਾ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਹੋਣਾ ਨੂੰ ਕਿ ਉਹ ਡਾਕਟਰ ਸਾਹਿਬ ਦਾ ਸਨਮਾਨ ਕਰਨ ਜੀ। ਬੋਲੇ ਸੋ ਨਿਹਾਲ।